ਮੇਰਾ ਨਾਮ ਸੰਦੀਪ ਹੈ। ਅਸੀਂ ਪਰਿਵਾਰ ਵਿੱਚ 3 ਭੈਣਾਂ ਹਾਂ। ਮੈਂ ਸਭ ਤੋਂ ਵੱਡੀ ਤੇ 2 ਮੇਰੇ ਤੋਂ ਛੋਟੀਆਂ। ਮੇਰੇ ਪਿਤਾ ਜੀ ਦੀ ਮੌਤ ਮੇਰੇ ਬਚਪਨ ਵਿੱਚ ਹੀ ਹੋ ਗਈ ਸੀ। ਫਿਰ ਮੇਰੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਸਾਨੂੰ ਪਾਲਿਆ। ਮੈਂ +2 ਪਾਸ ਕਰਕੇ ਕਾਲਜ ਵਿੱਚ ਫਸਟ ਈਅਰ ਵਿੱਚ ਦਾਖਲਾ ਲੈ ਲਿਆ ਤੇ ਮੇਰੀਆਂ ਦੋਵੇਂ ਛੋਟੀਆਂ ਭੈਣਾਂ ਹਾਲੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੀਆਂ ਸੀ। ਮੇਰੀਆਂ ਦੋਵੇਂ ਭੈਣਾਂ ਭਾਵੇਂ ਛੋਟੀਆਂ ਸਨ, ਪਰ ਮੈਨੂੰ ਆਪਣੀ ਮਾਂ ਦੀ ਹਾਲਤ ਚੰਗੀ ਤਰ੍ਹਾਂ ਸਮਝ ਆਉਣ ਲੱਗ ਪਈ ਸੀ। ਇਸ ਲਈ ਕਦੇ-ਕਦੇ ਜਦੋਂ ਮੈਨੂੰ ਛੁੱਟੀ ਹੁੰਦੀ ਤਾਂ ਮੈਂ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਾਉਣ ਚਲੀ ਜਾਂਦੀ। ਮੇਰੀ ਮਾਂ ਲਗਭਗ 3-4 ਘਰਾਂ 'ਚ ਝਾੜੂ ਪੋਚਾ ਕਰਦੀ ਸੀ। ਜਿਨ੍ਹਾਂ ਦੇ ਅਸੀਂ ਕੰਮ ਕਰਦੇ, ਉਹ ਮਾਲਕ ਵੀ ਬਹੁਤ ਚੰਗੇ ਸਨ। ਜਦੋਂ ਕਦੇ ਮੈਂ ਆਪਣੀ ਮਾਂ ਨਾਲ ਲੋਕਾਂ ਦੇ ਘਰੇ ਕੰਮ ਕਰਾਉਣ ਜਾਂਦੀ ਤਾਂ ਅਕਸਰ ਉਹ ਘਰ ਦੀਆਂ ਔਰਤਾਂ ਮੇਰੀ ਸੂਰਤ ਨੂੰ ਦੇਖ ਕੇ ਮੇਰੀ ਮਾਂ ਨੂੰ ਆਖਦੀਆਂ ਕਿ ਬਲਬੀਰੋ, ਤੇਰੀ ਕੁੜੀ ਤਾਂ ਦੇਖ ਪਰੀਆਂ ਨੂੰ ਵੀ ਮਾਤ ਪਾਉਂਦੀ ਏ। ਕਿੰਨਾ ਸੋਹਣਾ ਰੰਗ ਰੂਪ। ਇਹਨੂੰ ਦੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਗਰੀਬ ਘਰ ਦੀ ਬੱਚੀ ਏ। ਲੋਕਾਂ ਵੱਲੋਂ ਅਕਸਰ ਮੇਰੀਆਂ ਤਾਰੀਫਾਂ ਆਮ ਕੀਤੀਆਂ ਜਾਂਦੀਆਂ ਸੀ, ਕਿਉਂਕਿ ਰੱਬ ਨੇ ਮੈਨੂੰ ਭਰਪੂਰ ਹੁਸਨ ਦੀ ਦਾਤ ਬਖਸ਼ੀ ਸੀ। ਪਰ ਘਰ ਵਿੱਚ ਗਰੀਬੀ ਹੋਣ ਕਾਰਨ ਮੈਂ ਕਦੇ ਆਪਣੇ ਆਪ ਨੂੰ ਚੰਗੀ ਤਰੀਕੇ ਨਾਲ ਸੰਵਾਰ ਵੀ ਨਹੀਂ ਸਕੀ। ਚਲੋ ਕਿਵੇਂ ਕਰਕੇ ਜ਼ਿੰਦਗੀ ਚੱਲੀ ਜਾ ਰਹੀ ਸੀ। ਇੱਕ ਦਿਨ ਕੀ ਹੋਇਆ, ਸਾਡੇ ਗੁਆਂਢ ਵਿੱਚ ਰਹਿੰਦੀ ਇੱਕ ਆਂਟੀ ਨੇ ਮੇਰੀ ਮੰਮੀ ਨੂੰ ਕਿਹਾ ਕਿ ਤੂੰ ਸਰਦਾਰਾਂ ਦੇ ਘਰ ਕੰਮ ਤੇ ਲੱਗਣਾ ਏ। ਬਸ ਝਾੜੂ ਪੋਚੇ ਦਾ ਹੀ ਕੰਮ ਹੈ, ਕੋਈ ਜ਼ਿਆਦਾ ਵੀ ਨਹੀਂ, ਤਨਖਾਹ ਵੀ ਬਹੁਤ ਵਧੀਆ ਦਿੰਦੇ ਨੇ। ਲੱਗੀ ਤਾਂ ਮੈਂ ਹੋਈ ਸੀ, ਪਰ ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਤੇ ਸਰਦਾਰਾਂ ਦਾ ਘਰ ਬਿਲਕੁਲ ਪਿੰਡ ਤੋਂ ਬਾਹਰ ਏ। ਆਣਾ ਜਾਣਾ ਬਹੁਤ ਔਖਾ ਏ, ਪਰ ਸਰਦਾਰ ਤਨਖਾਹ ਬਹੁਤ ਜ਼ਿਆਦਾ ਚੰਗੀ ਦਿੰਦੇ ਨੇ ਤੇ ਕੱਪੜੇ ਲੀੜੇ ਦੀ ਵੀ ਕੋਈ ਘਾਟ ਨਹੀਂ ਛੱਡਦੇ। ਮੇਰੀ ਮਾਂ ਨੇ ਮੇਰੇ ਨਾਲ ਸਲਾਹ ਕੀਤੀ ਕਿ ਪੁੱਤ, ਆਪਾਂ ਸਰਦਾਰਾਂ ਦੇ ਕੰਮ ਤੇ ਲੱਗ ਜਾਂਦੇ ਹਾਂ। ਹੁਣ ਤੇਰੀ ਕਾਲਜ ਦੀ ਫੀਸ ਵੀ ਭਰਨੀ ਏ, ਆਪਾਂ ਰਲ ਮਿਲ ਕੇ ਸਰਦਾਰਾਂ ਦਾ ਕੰਮ ਕਰ ਲਵਾਂਗੇ। ਮੈਂ ਹਾਮੀ ਭਰ ਦਿੱਤੀ ਤੇ ਉਸ ਤੋਂ ਬਾਅਦ ਮੇਰੀ ਮਾਂ ਸਰਦਾਰਾਂ ਦੇ ਕੰਮ ਤੇ ਜਾਣ ਲੱਗ ਪਈ। ਮੈਂ ਮੇਰੀ ਮਾਂ ਨਾਲ ਝਾੜੂ ਪੋਚਾ ਕਰਾਉਣ ਕਦੇ-ਕਦੇ ਹੀ ਜਾਂਦੀ, ਕਿਉਂਕਿ ਜ਼ਿਆਦਾਤਰ ਮੈਂ ਆਪਣੀ ਪੜ੍ਹਾਈ ਵੱਲ ਹੀ ਧਿਆਨ ਰੱਖਦੀ। ਸਭ ਕੁਝ ਵਧੀਆ ਚੱਲੀ ਜਾ ਰਿਹਾ ਸੀ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਸਰਦਾਰਾਂ ਦੇ ਘਰ ਤਾਂ ਸਿਰਫ 2 ਹੀ ਜੀਅ ਨੇ, ਇੱਕ ਸਰਦਾਰਾਂ ਦਾ ਮੁੰਡਾ ਤੇ ਦੂਜੀ ਉਹਦੀ ਮਾਂ, ਤੇ ਆਪ ਸਰਦਾਰ ਫੌਜ ਵਿੱਚ ਹੀ ਰਹਿੰਦਾ ਤੇ ਪਿੱਛੋਂ ਪਰਿਵਾਰ ਵਿੱਚ 2 ਹੀ ਜੀਅ ਰਹਿੰਦੇ ਨੇ। ਕੰਮ ਵੀ ਕੋਈ ਬਹੁਤਾ ਔਖਾ ਨਹੀਂ ਤੇ ਉਹ ਸੁਭਾਅ ਦੇ ਵੀ ਬਹੁਤ ਜ਼ਿਆਦਾ ਚੰਗੇ ਨੇ। ਫਿਰ ਮੈਨੂੰ ਕਾਲਜ ਵਿੱਚ ਛੁੱਟੀਆਂ ਹੋ ਗਈਆਂ। ਮੈਂ ਘਰ ਵਿੱਚ ਫ੍ਰੀ ਹੀ ਹੁੰਦੀ ਸੀ। ਚਲੋ ਮੈਂ ਆਪਣੀ ਮਾਂ ਨਾਲ ਲੋਕਾਂ ਦੇ ਘਰ ਵਿੱਚ ਕੰਮ ਕਰਾਉਣ ਚਲੀ ਜਾਂਦੀ ਤੇ ਇਦਾਂ ਹੀ ਮੈਂ ਸਰਦਾਰਾਂ ਦੇ ਘਰ ਮੇਰੀ ਮੰਮੀ ਨਾਲ ਚਲੀ ਗਈ। ਮੈਂ ਉਹਨਾਂ ਦੇ ਘਰ ਪਹਿਲੀ ਵਾਰ ਗਈ ਸੀ। ਜਦੋਂ ਅਸੀਂ ਘਰ ਵਿੱਚ ਦਾਖਲ ਹੋਏ ਤਾਂ ਸਰਦਾਰਨੀ ਨੇ ਪਹਿਲਾਂ ਤਾਂ ਮੇਰੇ ਹੁਸਨ ਦੀ ਤਾਰੀਫ ਕੀਤੀ ਤੇ ਫਿਰ ਮੇਰੀ ਮਾਂ ਨੂੰ ਕਿਹਾ ਕਿ ਤੇਰੀ ਬੱਚੀ ਬਹੁਤ ਜ਼ਿਆਦਾ ਸੋਹਣੀ ਏ। ਕੁਝ ਪਲਾਂ ਤੋਂ ਬਾਅਦ ਅਸੀਂ ਮਾਵਾਂ ਧੀਆਂ ਕੰਮ ਕਰਨ ਲੱਗ ਪਈਆਂ। ਇੱਕੋ ਦਮ ਇੱਕ ਲੜਕਾ ਕਮਰੇ ਤੋਂ ਬਾਹਰ ਨਿਕਲ ਕੇ ਆਇਆ। ਉਹ ਸ਼ਾਇਦ ਸਰਦਾਰਨੀ ਦਾ ਮੁੰਡਾ ਸੀ। ਉਹਨੇ ਮੈਨੂੰ ਪਹਿਲੀ ਵਾਰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ। ਮੈਂ ਨੀਵੀਂ ਪਾ ਲਈ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕਮਰਿਆਂ ਵਿੱਚ ਪੋਚਾ ਲਗਾ ਰਹੀ ਸੀ। ਮੈਂ ਨੋਟ ਕੀਤਾ ਕਿ ਉਹ ਮੁੰਡਾ ਮੇਰੇ ਨੇੜੇ-ਨੇੜੇ ਘੁੰਮ ਰਿਹਾ ਸੀ। ਮੈਂ ਇਹ ਵੀ ਗੱਲ ਨੋਟ ਕੀਤੀ ਕਿ ਉਹ ਮੇਰੀਆਂ ਛਾਤੀਆਂ ਵੱਲ ਵੇਖ ਰਿਹਾ ਸੀ। ਮੈਂ ਉਸ ਦੀ ਇਹ ਹਰਕਤ ਦੇਖ ਕੇ ਘਬਰਾ ਗਈ। ਮੈਂ ਜਲਦੀ ਤੋਂ ਜਲਦੀ ਆਪਣੀ ਚੁੰਨੀ ਠੀਕ ਕੀਤੀ ਤੇ ਆਪਣਾ ਕੰਮ ਜਲਦੀ-ਜਲਦੀ ਨਿਬੇੜਨ ਲੱਗ ਪਈ। ਅਸੀਂ ਮਾਵਾਂ ਧੀਆਂ ਆਪਣਾ ਕੰਮ ਨਿਬੇੜ ਕੇ ਸਰਦਾਰਾਂ ਦੇ ਘਰ ਤੋਂ ਆਪਣੇ ਘਰ ਵੱਲ ਆ ਰਹੀਆਂ ਸੀ। ਮੈਨੂੰ ਸਰਦਾਰਾਂ ਦੇ ਮੁੰਡੇ ਦੀ ਹਰਕਤ ਬਾਰੇ ਸੋਚ ਕੇ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮੈਂ ਆਪਣੀ ਮਾਂ ਨੂੰ ਵੀ ਉਸ ਬਾਰੇ ਕੁਝ ਨਹੀਂ ਦੱਸਿਆ। ਮੈਂ ਸੋਚਿਆ ਕਿ ਉਹ ਵਾਧੂ ਟੈਨਸ਼ਨ ਨਾ ਲਵੇ। ਅਸੀਂ ਚੁੱਪ-ਚਾਪ ਦੋਵੇਂ ਜਣੀਆਂ ਆਪਣੇ ਘਰ ਆ ਗਈਆਂ। ਹੁਣ ਮੈਂ ਲਗਭਗ ਆਪਣੀ ਮਾਂ ਨਾਲ ਸਰਦਾਰਾਂ ਦੇ ਘਰ ਕੰਮ ਕਰਵਾਉਣ ਜਾਂਦੀ ਤੇ ਸਰਦਾਰਨੀ ਦਾ ਮੁੰਡਾ ਮੇਰੇ ਨਾਲ ਉਸੇ ਤਰ੍ਹਾਂ ਵਿਵਹਾਰ ਕਰਦਾ। ਨਾ ਤਾਂ ਮੈਂ ਸਰਦਾਰਨੀ ਨੂੰ ਦੱਸ ਸਕਦੀ ਸੀ ਤੇ ਨਾ ਹੀ ਆਪਣੀ ਮਾਂ ਨੂੰ। ਹੁਣ ਉਹ ਮੁੰਡਾ ਬੇਸ਼ਰਮਾ ਵਾਂਗੂ ਮੇਰੇ ਸਰੀਰ ਨੂੰ ਦੇਖਦਾ ਰਹਿੰਦਾ। ਉਸ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਸੀ। ਫਿਰ ਇੱਕ ਦਿਨ ਸਰਦਾਰਨੀ ਨੇ ਮੇਰੀ ਮਾਂ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਲਈ ਬਾਹਰ ਜਾ ਰਹੀ ਹਾਂ ਤੇ ਘਰ ਵਿੱਚ ਮੇਰਾ ਲੜਕਾ ਹਰਜੋਤ ਹੀ ਹੋਵੇਗਾ। ਤੁਸੀਂ ਬਸ ਚੁੱਪਚਾਪ ਸਫਾਈ ਕਰ ਜਾਇਆ ਕਰਿਓ। ਮੈਨੂੰ ਸ਼ਾਇਦ ਥੋੜੇ ਦਿਨ ਲੱਗ ਜਾਣ। ਤੁਸੀਂ ਬਸ ਆਪਣਾ ਕੰਮ ਚੰਗੀ ਤਰ੍ਹਾਂ ਕਰਨਾ ਏ। ਮੇਰੀ ਮਾਂ ਨੇ ਹਾਮੀ ਭਰ ਦਿੱਤੀ ਤੇ ਸਰਦਾਰਨੀ ਦੇ ਜਾਣ ਤੋਂ ਬਾਅਦ ਅਸੀਂ ਦੋਵੇਂ ਮਾਵਾਂ ਧੀਆਂ ਉਹਨਾਂ ਦੇ ਘਰ ਕੰਮ ਤੇ ਜਾਣ ਲੱਗ ਪਈਆਂ। ਹਰਜੋਤ ਮੈਨੂੰ ਉਸੇ ਤਰ੍ਹਾਂ ਨਾਲ ਦੇਖਦਾ। ਹੁਣ ਉਸ ਦੀ ਹਿੰਮਤ ਇੰਨੀ ਜ਼ਿਆਦਾ ਵੱਧ ਗਈ ਸੀ ਤੇ ਜਦੋਂ ਮੈਂ ਕਮਰੇ ਵਿੱਚ ਪੋਚਾ ਲਾਉਂਦੀ ਤਾਂ ਉਹ ਸਾਹਮਣੇ ਸੋਫੇ ਤੇ ਬੈਠ ਕੇ ਮੇਰੇ ਸਰੀਰ ਨੂੰ ਤਾੜਦਾ ਰਹਿੰਦਾ।
ਮੈਂ ਬਸ ਨੀਵੀਂ ਪਾ ਕੇ ਆਪਣਾ ਕੰਮ ਕਰਦੀ ਤੇ ਅਸੀਂ ਫਟਾਫਟ ਉਹਨਾਂ ਦੇ ਘਰੋਂ ਵਾਪਸ ਆ ਜਾਂਦੀਆਂ। ਇੱਕ ਦਿਨ ਕੀ ਹੋਇਆ, ਮੇਰੀ ਮਾਂ ਦੇ ਰਾਤ ਨੂੰ ਬਹੁਤ ਜ਼ਿਆਦਾ ਦਰਦ ਉੱਠਿਆ। ਲਗਭਗ ਰਾਤ ਦੇ 12 ਵਜੇ ਮੇਰੀ ਮਾਂ ਨੂੰ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਨੇ ਜਦੋਂ ਟੀਕਾ ਲਗਾਇਆ ਤਾਂ ਫਿਰ ਉਹਨਾਂ ਨੂੰ ਥੋੜਾ ਆਰਾਮ ਮਹਿਸੂਸ ਹੋਇਆ, ਪਰ ਮੇਰੀ ਮਾਂ ਨੂੰ ਦਰਦ ਪੂਰੀ ਤਰ੍ਹਾਂ ਨਿਢਾਲ ਕਰ ਦਿੱਤਾ ਸੀ। ਸਵੇਰ ਹੋਈ, ਮੈਂ ਮੇਰੀ ਮਾਂ ਨੂੰ ਕਿਹਾ ਕਿ ਤੂੰ ਮਾਂ ਅੱਜ ਘਰ ਹੀ ਰੈਸਟ ਕਰ, ਲੋਕਾਂ ਦਾ ਝਾੜੂ ਪੋਚਾ ਅੱਜ ਮੈਂ ਕਰ ਆਉਣੀ ਆ। ਮੈਂ ਥੋੜਾ ਡਰ ਵੀ ਰਹੀ ਸੀ ਕਿਉਂਕਿ ਮੈਂ ਪਹਿਲਾਂ ਕਦੇ ਵੀ ਆਪਣੀ ਮਾਂ ਤੋਂ ਬਿਨਾਂ ਕਿਸੇ ਦੇ ਘਰੇ ਇਕੱਲੀ ਕੰਮ ਕਰਨ ਨਹੀਂ ਸੀ ਗਈ, ਪਰ ਅੱਜ ਮੈਨੂੰ ਜਾਣਾ ਪੈਣਾ ਸੀ ਕਿਉਂਕਿ ਮੇਰੀ ਮਾਂ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਸੀ। ਮੈਂ ਇਕੱਲੀ ਸਵੇਰੇ ਜਲਦੀ ਘਰੋਂ ਨਿਕਲੀ ਤੇ 3-4 ਘਰਾਂ ਦਾ ਕੰਮ ਕਰਕੇ ਮੈਂ ਕਰੀਬ 10 ਵਜੇ ਪਿੰਡੋਂ ਬਾਹਰ ਸਰਦਾਰਾਂ ਦੇ ਘਰ ਵਿੱਚ ਪਹੁੰਚੀ। ਮੈਨੂੰ ਪਤਾ ਸੀ ਕਿ ਸਰਦਾਰਾਂ ਦੇ ਘਰ ਵਿੱਚ ਕੱਲਾ ਹਰਜੋਤ ਹੀ ਹੈ ਤੇ ਉਸ ਦੀ ਮਾਂ ਕਿਤੇ ਰਿਸ਼ਤੇਦਾਰੀ ਵਿੱਚ ਗਈ ਹੋਈ ਏ। ਮੈਂ ਸਰਦਾਰਾਂ ਦੇ ਘਰ ਕੋਲ ਪਹੁੰਚੀ ਤੇ ਦਰਵਾਜ਼ੇ ਦੇ ਗੇਟ ਤੇ ਜਾ ਕੇ ਬੈਲ ਖੜਕਾਈ। ਮੈਂ ਥੋੜਾ ਘਬਰਾ ਰਹੀ ਸੀ ਕਿਉਂਕਿ ਸਰਦਾਰਾਂ ਦਾ ਘਰ ਪਿੰਡ ਤੋਂ ਬਾਹਰ ਸੀ। ਉਹਨਾਂ ਦੇ ਘਰ ਦੇ ਨੇੜੇ ਤੇੜੇ ਕੋਈ ਵੀ ਦੂਜਾ ਘਰ ਨਹੀਂ ਸੀ ਤੇ ਦੂਜੇ ਪਾਸੇ ਮੈਨੂੰ ਹਰਜੋਤ ਦੀ ਗਲਤ ਨਜ਼ਰ ਦਾ ਵੀ ਅੰਦਾਜ਼ਾ ਸੀ। ਫਿਰ ਵੀ ਮੈਂ ਡਰਦੀ ਡਰਦੀ ਉਹਨਾਂ ਦੇ ਘਰ ਵਿੱਚ ਦਾਖਲ ਹੋਈ। ਜਦੋਂ ਹਰਜੋਤ ਨੇ ਗੇਟ ਖੋਲ੍ਹਿਆ ਤਾਂ ਉਸਨੇ ਸਿਰਫ ਕੱਛਾ ਪਹਿਨਿਆ ਹੋਇਆ ਸੀ। ਉਸ ਦੇ ਸਰੀਰ ਉੱਪਰ ਹੋਰ ਕੋਈ ਵੀ ਕੱਪੜਾ ਨਹੀਂ ਸੀ ਪਹਿਨਿਆ ਹੋਇਆ। ਮੈਂ ਚੁੱਪਚਾਪ ਨੀਵੀਂ ਪਾ ਕੇ ਆਪਣਾ ਕੰਮ ਸ਼ੁਰੂ ਕਰਨ ਲੱਗ ਪਈ ਤੇ ਹਰ ਰੋਜ਼ ਦੀ ਤਰ੍ਹਾਂ ਟੇਢੀ ਨਿਗਾਹ ਨਾਲ ਹਰਜੋਤ ਮੇਰੇ ਸਰੀਰ ਨੂੰ ਤਾੜਨ ਲੱਗ ਪਿਆ। ਹਰਜੋਤ ਨੇ ਮੈਨੂੰ ਕਿਹਾ ਕਿ ਸੰਦੀਪ, ਤੂੰ ਕਿਹੜੀ ਕਲਾਸ ਵਿੱਚ ਪੜ੍ਹਦੀ ਹੈ? ਮੈਂ ਇੱਕਦਮ ਹੈਰਾਨ ਹੋ ਗਈ ਕਿਉਂਕਿ ਅੱਜ ਤੋਂ ਪਹਿਲਾਂ ਮੈਨੂੰ ਕਦੀ ਵੀ ਹਰਜੋਤ ਨੇ ਨਹੀਂ ਸੀ ਬੁਲਾਇਆ। ਮੈਂ ਹਰਜੋਤ ਨੂੰ ਕਿਹਾ ਕਿ ਮੈਂ ਕਾਲਜ ਵਿੱਚ ਫਸਟ ਈਅਰ ਕਰ ਰਹੀ ਹਾਂ। ਇੰਨਾ ਕਹਿ ਕੇ ਮੈਂ ਚੁੱਪ ਕਰ ਗਈ। ਹਰਜੋਤ ਫਿਰ ਬੋਲਿਆ ਕਿ ਅੱਜ ਤੇਰੇ ਨਾਲ ਆਂਟੀ ਨਹੀਂ ਆਈ, ਕੀ ਹੋ ਗਿਆ? ਮੈਂ ਉਹਨੂੰ ਦੱਸਿਆ ਕਿ ਉਹਨਾਂ ਦੇ ਰਾਤ ਦਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ, ਇਸ ਲਈ ਮੈਂ ਹੀ ਕੰਮ ਕਰਨ ਆ ਗਈ। ਹਰਜੋਤ ਗੱਲਾਂ ਤਾਂ ਮੇਰੇ ਨਾਲ ਕਰ ਰਿਹਾ ਸੀ ਪਰ ਉਸ ਦੀ ਨਿਗਾਹ ਮੇਰੇ ਸਰੀਰ ਉੱਪਰ ਟਿਕੀ ਹੋਈ ਸੀ। ਗੱਲਾਂ ਵਿੱਚ ਮੈਨੂੰ ਹਰਜੋਤ ਨੇ ਕਿਹਾ ਕਿ ਸੰਦੀਪ, ਮੈਂ ਅੱਜ ਸਵੇਰ ਦੀ ਚਾਹ ਨਹੀਂ ਪੀਤੀ, ਤੂੰ ਮੇਰੇ ਲਈ ਰਸੋਈ ਵਿੱਚ ਜਾ ਕੇ ਚਾਹ ਬਣਾ ਕੇ ਲਿਆ। ਮੈਂ ਰਸੋਈ ਵਿੱਚ ਗਈ ਤੇ ਹਰਜੋਤ ਦੀ ਚਾਹ ਬਣਾਉਣ ਲੱਗ ਪਈ ਤੇ ਚਾਹ ਬਣਾ ਕੇ ਡਾਈਨਿੰਗ ਰੂਮ ਵਾਲੇ ਟੇਬਲ ਤੇ ਰੱਖ ਦਿੱਤੀ। ਹਰਜੋਤ ਮੈਨੂੰ ਕਹਿਣ ਲੱਗਿਆ, ਸੰਦੀਪ ਤੂੰ ਵੀ ਮੇਰੇ ਕੋਲ ਆ ਕੇ ਬੈਠ, ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਏ। ਮੈਂ ਹਰਜੋਤ ਨੂੰ ਕਹਿ ਦਿੱਤਾ ਕਿ ਮੈਂ ਘਰੇ ਜਾਣਾ, ਮੇਰੀ ਮਾਂ ਬਿਮਾਰ ਆ, ਮੇਰੇ ਕੋਲ ਇੰਨਾ ਟਾਈਮ ਨਹੀਂ। ਪਰ ਹਰਜੋਤ ਜਿੱਦ ਕਰਨ ਲੱਗ ਪਿਆ ਤੇ ਮੈਂ ਸੋਫੇ ਤੇ ਬਿਲਕੁਲ ਉਸ ਦੇ ਸਾਹਮਣੇ ਬੈਠ ਗਈ ਤੇ ਕਿਹਾ, ਹਾਂ ਦੱਸੋ ਕੀ ਗੱਲ ਏ? ਹਰਜੋਤ ਕਹਿਣ ਲੱਗਿਆ, ਸੰਦੀਪ ਤੇਰਾ ਕੋਈ ਬॉयਫ੍ਰੈਂਡ ਹੈਗਾ? ਮੈਨੂੰ ਹਰਜੋਤ ਦਾ ਇਹ ਸਵਾਲ ਬਹੁਤ ਅਜੀਬ ਲੱਗਿਆ। ਜਵਾਬ ਦਿੱਤਾ ਕਿ ਨਹੀਂ, ਮੈਂ ਇਹੋ ਜਿਹੇ ਚੱਕਰਾਂ 'ਚ ਨਹੀਂ ਪੈਂਦੀ, ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ। ਜਿਸ ਦਿਨ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਮੈਨੂੰ ਪਿਆਰ ਹੋ ਗਿਆ ਸੀ। ਇਹ ਗੱਲ ਕਰਦੇ ਕਰਦੇ ਨੇ ਹਰਜੋਤ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਿਆ ਕਿ ਪਲੀਜ਼ ਸੰਦੀਪ ਮੈਨੂੰ ਮਨਾ ਨਾ ਕਰੀ। ਮੈਂ ਇੱਕੋ ਦਮ ਆਪਣਾ ਹੱਥ ਹਰਜੋਤ ਤੋਂ ਛੁਡਾ ਲਿਆ ਤੇ ਸੋਫੇ ਤੋਂ ਉੱਠ ਕੇ ਜਾਣ ਲੱਗੀ। ਮੇਰੇ ਇਸ ਤਰ੍ਹਾਂ ਇਗਨੋਰ ਕਰਨ ਤੇ ਹਰਜੋਤ ਇੱਕਦਮ ਗੁੱਸੇ ਨਾਲ ਭਰ ਗਿਆ, ਮੈਨੂੰ ਬਾਂਹ ਫੜ ਕੇ ਸੋਫੇ ਤੇ ਸੁੱਟ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਹਰਜੋਤ ਸ਼ੈਤਾਨ ਬਣ ਚੁੱਕਿਆ ਸੀ। ਮੈਂ ਪੂਰਾ ਜ਼ੋਰ ਲਾ ਕੇ ਉਹਨੂੰ ਧੱਕਾ ਦਿੱਤਾ, ਸੁੱਟ ਕੇ ਘਰ ਤੋਂ ਬਾਹਰ ਭੱਜਣ ਲੱਗੀ। ਜਦੋਂ ਮੈਂ ਗੇਟ ਤੇ ਪਹੁੰਚੀ ਤਾਂ ਗੇਟ ਅੰਦਰੋਂ ਲੌਕ ਕੀਤਾ ਹੋਇਆ ਸੀ। ਮੈਂ ਸਮਝ ਗਈ ਸੀ ਕਿ ਹਰਜੋਤ ਪੂਰੀ ਤਿਆਰੀ ਕਰੀ ਬੈਠਾ ਸੀ। ਮੈਂ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਸੇ ਨੇ ਵੀ ਮੇਰੀ ਆਵਾਜ਼ ਨਹੀਂ ਸੁਣੀ ਕਿਉਂਕਿ ਹਰਜੋਤ ਦਾ ਘਰ ਖੇਤਾਂ ਵਿੱਚ ਸੀ, ਉੱਥੇ ਹੋਰ ਕੋਈ ਨਹੀਂ ਸੀ ਆਉਂਦਾ ਜਾਂਦਾ। ਹਰਜੋਤ ਮੈਨੂੰ ਬਾਂਹ ਫੜ ਕੇ ਦੁਬਾਰਾ ਆਪਣੇ ਬੈੱਡਰੂਮ ਵਿੱਚ ਲੈ ਗਿਆ ਤੇ ਉੱਥੇ ਲਿਜਾ ਕੇ ਉਹਨੇ ਮੇਰੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਮੇਰੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਲਗਭਗ ਅੱਧਾ ਘੰਟਾ ਚੀਕਾਂ ਮਾਰਦੀ ਰਹੀ ਪਰ ਹਰਜੋਤ ਤਾਂ ਸ਼ੈਤਾਨ ਬਣਿਆ ਸੀ, ਉਸ ਉੱਪਰ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ। ਲਗਭਗ ਅੱਧਾ ਘੰਟਾ ਹਵਸ ਪੂਰੀ ਕਰਨ ਤੋਂ ਬਾਅਦ ਹਰਜੋਤ ਇੱਕ ਪਾਸੇ ਹੋ ਗਿਆ। ਮੈਂ ਇੱਕਦਮ ਡਰਦੀ ਡਰਦੀ ਹਰਜੋਤ ਦੇ ਘਰੋਂ ਨਿਕਲੀ। ਮੇਰੇ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੇ ਘਰੇ ਮਸਾਂ ਪਹੁੰਚੀ। ਸਾਰੀ ਰਾਤ ਮੈਂ ਰੋਂਦੀ ਰਹੀ ਤੇ ਘਰ ਜਾ ਕੇ ਅੱਖਾਂ ਪੂੰਝ ਲਈਆਂ ਕਿਉਂਕਿ ਮੈਂ ਆਪਣੀ ਮਾਂ ਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦੀ। ਉਹ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੋਈ ਸੀ। ਸਾਰੀ ਰਾਤ ਮੈਂ ਇਹੋ ਸੋਚਦੀ ਰਹੀ ਕਿ ਮੇਰਾ ਆਖਰ ਕਸੂਰ ਕੀ ਸੀ ਰੱਬਾ, ਤੂੰ ਕਿਉਂ ਸਾਨੂੰ ਗਰੀਬੀ ਦਿੱਤੀ, ਕਿਉਂ ਸਾਨੂੰ ਮਜਬੂਰ ਕੀਤਾ ਕਿ ਕੋਈ ਵੀ ਪੈਸੇ ਵਾਲਾ ਬੰਦਾ ਸਾਡਾ ਆਸਾਨੀ ਨਾਲ ਫਾਇਦਾ ਉਠਾ ਸਕੇ।
ਸਾਰੀ ਰਾਤ ਮੈਂ ਨਾਲੇ ਰੋਂਦੀ ਰਹੀ, ਨਾਲੇ ਆਪਣੀ ਕਿਸਮਤ ਤੇ ਰੱਬ ਨੂੰ ਕੋਸਦੀ ਰਹੀ। ਮੈਂ ਆਪਣੀ ਮਾਂ ਨੂੰ ਵੀ ਨਹੀਂ ਸੀ ਦੱਸ ਸਕਦੀ। ਸਵੇਰੇ ਮੈਂ ਉੱਠੀ ਤੇ ਆਪਣੀ ਮਾਂ ਨੂੰ ਕਿਹਾ ਕਿ ਮਾਂ, ਆਪਾਂ ਸਰਦਾਰਾਂ ਦੇ ਘਰ ਕੰਮ ਤੇ ਨਹੀਂ ਜਾਵਾਂਗੇ। ਮਾਂ ਪੁੱਛਣ ਲੱਗੀ, ਕੀ ਹੋਇਆ? ਮੈਂ ਕਿਹਾ, ਮਾਂ ਹੋਇਆ ਤਾਂ ਕੁਝ ਨਹੀਂ, ਪਰ ਇੰਨੀ ਦੂਰ ਜਾਣਾ ਬਹੁਤ ਔਖਾ, ਮੇਰੇ ਤੋਂ ਨਹੀਂ ਜਾਇਆ ਜਾਂਦਾ। ਤੇਰੀ ਸਿਹਤ ਵੀ ਹੁਣ ਠੀਕ ਨਹੀਂ ਰਹਿੰਦੀ, ਇਸ ਲਈ ਆਪਾਂ ਉਹਨਾਂ ਨੂੰ ਕੰਮ ਤੋਂ ਜਵਾਬ ਦੇ ਦਿੰਦੇ ਹਾਂ। ਮੈਂ ਆਪਣੀ ਮਾਂ ਨੂੰ ਕਹਿ ਕੇ ਸਰਦਾਰਾਂ ਦੇ ਕੰਮ ਤੋਂ ਹਟਾ ਲਿਆ ਤੇ ਉਸ ਦਿਨ ਤੋਂ ਬਾਅਦ ਮੈਂ ਮੁੜ ਕੇ ਸਰਦਾਰਾਂ ਦੇ ਘਰ ਵੱਲ ਮੂੰਹ ਨਹੀਂ ਕੀਤਾ। ਮੈਨੂੰ ਅਮੀਰਾਂ ਦੇ ਵਿਗੜੇ ਹੋਏ ਲੜਕਿਆਂ ਤੋਂ ਨਫ਼ਰਤ ਹੋ ਚੁੱਕੀ ਸੀ। ਸੋ ਕਿਵੇਂ ਲੱਗੀ ਗਾਇਸ ਇਹ ਭੈਣ ਵੱਲੋਂ ਸ਼ੇਅਰ ਕੀਤੀ ਗਈ ਸਟੋਰੀ? ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਧੰਨਵਾਦ।